ਡੰਡੌਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤਾ। ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਭੀਤ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਚਿੰਤਾ ਤਾਕੀ ਕੀਜੀਐ, ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਹੋਈ ਬੈਠੇ ਗੁਰੂ ਸਵਾਰੀ ਸਤ ਸੰਗੀ ਜਨੋ ਵਡਭਾਗੀ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਬੈਠ ਸੰਗਤੀ ਰੂਪ ਅੰਦਰ ਨਿਤਨਿਮ ਬਾਣੀ ਦਾ ਜਾਪ ਸਿਮਰਨ ਕਰ ਮਨੁੱਖਾ ਜਨਮ ਦੀਆਂ ਕੁਝ ਘੜੀਆਂ ਨੂੰ ਸਫਲਿਆਂ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸੇ ਬਖਸ਼ਿਸ਼ ਰਹਿਮਤ ਕਰਨਾ। ਜਿੱਥੇ ਸਰੀਰਕ ਤੌਰ ਤੇ ਜੁੜ ਬੈਠੇ ਹਾਂ
ਉੱਥੇ ਮਨ ਦੀ ਹਾਜ਼ਰੀ ਵੀ ਇਸ ਪਾਵਨ ਦਰਬਾਰ ਦੇ ਅੰਦਰ ਲੱਗੀ ਰਹੇ। ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ, ਤਿੰਨਾਂ ਦੇ 400 ਸਾਲਾ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਸਾਹਿਬ ਜੀ ਦੇ ਦਰਸ਼ਨ ਦੀਦਾਰ, ਸਤਿਗੁਰੂ ਜੀ ਨੇ ਜੋ ਮਨੁੱਖਤਾ ਨੂੰ ਵਿਚਾਰ ਬਖਸ਼ਿਸ਼ ਕੀਤੀ, ਉਸ ਵਿੱਚੋਂ ਕੁਝ ਬਚਨਾਂ ਦੀ ਕੱਲ ਸਾਂਝ ਕਰ ਰਹੇ ਸਾਂ। ਸਾਹਿਬ ਇਸ ਮਨੁੱਖਤਾ ਨੂੰ ਸਮਝਾ ਰਹੇ ਸਨ ਕਿ ਦੁਨੀਆ ਦੇ ਲੋਕੋ, ਜਿੱਥੇ ਦੁਨਿਆਵੀ ਤੌਰ ਤੇ ਬੜੇ ਸੁਚੇਤ ਹੋ ਕੇ ਕੰਮ ਕਰਦੇ ਹੋ, ਉੱਥੇ ਅਧਿਆਤਮਿਕ ਤੌਰ ਤੇ ਜਦੋਂ ਨਜ਼ਰ ਮਾਰੀ ਜਾਂਦੀ ਏ, ਉਦੋਂ ਇਹ ਇਨਸਾਨ ਸੁਚੇਤ ਹੋ ਕੇ ਉਸ ਪਾਸੇ ਵੱਲ ਨਹੀਂ ਤੁਰਦਾ। ਬਸ ਜਿਵੇਂ ਕਿਸੇ ਨੇ ਕਹਿ ਦਿੱਤਾ ਉਸੇ ਤਰ੍ਹਾਂ ਹੀ ਇਹ ਇਨਸਾਨ ਕਰੀ ਜਾਂਦਾ ਹੈ। ਜੇ ਕਿਸੇ ਨੇ ਕਿਹਾ ਕਿ ਤੀਰਥਾਂ ਤੇ ਚੱਲ ਇਸ਼ਨਾਨ ਕਰਕੇ ਆ, ਤੇਰੇ ਪਾਪ ਉਤਰ ਜਾਣਗੇ, ਇਹ ਇਨਸਾਨ ਉਸ ਦੇ ਪਿੱਛੇ ਲੱਗ ਤੁਰਿਆ। ਜੇ ਕਿਸੇ ਨੇ ਕਿਹਾ ਕਿ ਵਰਤ ਰੱਖ, ਇਸ ਮਨੁੱਖਤਾ ਨੇ ਫਿਰ ਉਸ ਦੀ ਗੱਲ ਨੂੰ ਮੰਨ ਕੇ ਉਸ ਦੇ ਪਿੱਛੇ ਤੁਰਨਾ ਸ਼ੁਰੂ ਕਰ ਦਿੱਤਾ। ਜੇ ਕਿਸੇ ਨੇ ਕਿਹਾ ਕਿ ਦਾਨ ਪੁੰਨ ਕਰਿਆ ਕਰ, ਇਹ ਮਨੁੱਖਤਾ ਫਿਰ ਉਸ ਦੇ ਪਿੱਛੇ ਲੱਗ ਕੇ ਤੁਰ ਪੈਂਦੀ ਏ। ਸਾਹਿਬ ਕਹਿਣ ਲੱਗੇ, ਜੋ ਵੀ ਕੰਮ ਕਰਨਾ ਹੈ ਮੈਂ ਇਸ ਕੰਮ ਤੋਂ ਰੋਕਦਾ ਨਹੀਂ। ਦਾਨ ਪੁੰਨ ਹੋਣਾ ਚਾਹੀਦਾ ਹੈ, ਤੀਰਥਾਂ ਤੇ ਜਾਣਾ ਚਾਹੀਦਾ ਹੈ, ਪਰ ਉਥੋਂ ਕੁਝ ਨਾ ਕੁਝ ਲੈ ਕੇ ਆਉਣ ਦਾ ਵੀ ਯਤਨ ਕਰ, ਨਹੀਂ ਤੇ ਇਹ ਸਾਰਾ ਤੇਰਾ ਇਸ ਤਰ੍ਹਾਂ ਤੀਰਥਾਂ ਤੇ ਜਾਣਾ, ਤੇਰੇ ਕੀਤੇ ਕੋਈ ਦਾਨ ਪੁੰਨ ਸਾਰੇ ਬੇਕਾਰ ਚਲੇ ਜਾਣਗੇ। ਇਸ ਤਰ੍ਹਾਂ ਰੱਬ ਵਸ ਦੇ ਅੰਦਰ ਆਉਣ ਵਾਲਾ ਨਹੀਂ। ਸਤਿਗੁਰੂ ਦੀ ਪਾਵਨ ਬਾਣੀ ਅੰਦਰ ਵੀ ਐਸਾ ਵਾਰ-ਵਾਰ ਜ਼ਿਕਰ ਆਉਂਦਾ ਹੈ। ਕਹਿਣ ਲੱਗੇ, ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਬੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਿਤੇ ਸਿਆਣ ਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਭ ਕੋ ਤੇਰੇ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਰੱਬ ਦੇ ਪਿਆਰੇ ਤੈਨੂੰ ਕਿਤੇ ਬੈਠ ਕੇ ਵੀ ਵਸ ਅੰਦਰ ਕਰ ਲੈਂਦੇ ਨੇ। ਭਾਵ ਰੱਬ ਦੇ ਪਿਆਰੇ ਆਪਣੀ ਵਿਚਾਰ ਗੁਰੂ ਦੇ ਨਾਲ ਕਿਤੇ ਬੈਠ ਕੇ ਵੀ ਮਿਲਾ ਲੈਂਦੇ ਨੇ। ਜ਼ਰੂਰੀ ਨਹੀਂ ਉਹ ਤੀਰਥ ਤੇ ਜਾਣ, ਉਹ ਘਰ ਦੇ ਅੰਦਰ, ਉਹ ਸੰਗਤ ਦੇ ਵਿੱਚ ਵੀ ਇਹ ਰਹਿਮਤਾਂ ਲੈ ਲੈਂਦੇ ਨੇ। ਇਹਨਾਂ ਬਚਨਾਂ ਨੂੰ ਆਪਾਂ ਕੱਲ ਵਿਚਾਰ ਰਹੇ ਸਾਂ। ਵਿਚਾਰਾਂ ਨੂੰ ਅੱਗੇ ਤੋਰਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਪਾਵਨ ਬਚਨ, ਜਿਸ ਲੜੀ ਨੂੰ ਲੈ ਕੇ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਸਾਂਝੇ ਕਰ ਰਹੇ ਹਾਂ। 4 ਸ਼ਲੋਕਾਂ ਦਾ ਪਾਠ ਆਪਾਂ ਹੁਣੇ ਸਰਵਣ ਕੀਤਾ ਹੈ, ਔਰ ਇਹਨਾਂ 4 ਹੀ ਸ਼ਲੋਕਾਂ ਦਾ ਇੱਕੋ ਵਿਸ਼ਾ ਹੈ। ਸਾਹਿਬ ਜੀ ਨੇ ਜਿਸ ਵਕਤ ਆਰੰਭਤਾ ਕੀਤੀ ਤੇ ਇਹ ਬੋਲ ਸਾਂਝੇ ਕਰ ਰਹੇ ਨੇ। ਕਹਿਣ ਲੱਗੇ, ਜਗ ਰਚਨਾ ਸਭ ਝੂਠ ਹੈ, ਜਾਂ ਲਿਹੋਰੇ ਮੀਤ, ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਭੀਤ। ਕਿ ਆ ਜਗਤ ਦੀ ਜਿਹੜੀ ਰਚਨਾ ਹੈ, ਹੇ ਮੇਰੇ ਮਿੱਤਰ, ਮੈਂ ਤੈਨੂੰ ਇਹ ਸੱਚ ਕਹਿ ਰਿਹਾ, ਮੇਰੀ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ। ਜਾਂ ਲਿਖੋਰੇ ਮੀਤ, ਹੇ ਮੇਰੇ ਮਿੱਤਰ, ਜਿਹੜੀ ਮੈਂ ਗੱਲ ਕਹਿ ਰਿਹਾ ਇਸ ਵੱਲ ਧਿਆਨ ਦੇ। ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਭੀਤ। ਹੇ ਇਨਸਾਨ, ਇਹ ਜਗਤ, ਇਹ ਸੰਸਾਰ, ਜਿਵੇਂ ਪਿੱਛੇ ਵੀ ਵਿਚਾਰਿਆ ਸੀ ਕਿ ਇਹ ਸੁਪਨਾ ਹੈ, ਇਹ ਸਦੀਵ ਕਾਲ ਲਈ ਟਿਕਿਆ ਰਹਿਣ ਵਾਲਾ ਨਹੀਂ। ਇਹ ਇਨਸਾਨ, ਇਸ ਜਗਤ ਨੇ ਵੀ ਇੱਕ ਦਿਨ ਚਲੇ ਜਾਣਾ। ਇਹ ਵੱਖਰੀ ਗੱਲ ਹੈ
ਕਿ ਹੋ ਸਕਦਾ ਤੇਰੇ ਸਾਹਮਣੇ ਇਹ ਪਸਾਰਾ ਖਤਮ ਨਾ ਹੋਵੇ, ਪਰ ਜਿਹੜੇ ਮਨੁੱਖ ਇਸ ਧਰਤੀ ਤੇ ਪੈਦਾ ਹੋਏ ਉਹ ਤਾਂ ਤੇਰੇ ਦੇਖਦਿਆਂ ਦੇਖਦਿਆਂ ਇੱਥੋਂ ਕਿੰਨੇ ਚਲੇ ਗਏ। ਬੜੇ ਜਾ ਰਹੇ ਨੇ, ਬੜਿਆਂ ਨੇ ਚਲਿਆ ਜਾਣਾ ਤੇ ਇਹ ਇਨਸਾਨ ਇੱਕ ਦਿਨ ਵਾਰੀ ਤੇਰੀ ਵੀ ਤਾਂ ਆ ਜਾਣੀ ਏ। ਕੀ ਤੂੰ ਇਸ ਗੱਲ ਨੂੰ ਆਪਣੇ ਹਿਰਦੇ ਅੰਦਰ ਵਿਚਾਰਦਾ ਨਹੀਂ ਕਿ ਜਗਤ ਦੇ ਅੰਦਰ ਕਿੰਨੇ ਕੁ ਦਿਨ ਇਹ ਇਨਸਾਨ ਸਦੀਵ ਕਾਲ ਲਈ ਬੈਠਾ ਰਹੇਗਾ। ਜਗ ਰਚਨਾ ਸਭ ਝੂਠ ਹੈ, ਜਾਂ ਲਿਖੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ, ਜਿਉਂ ਬਾਲੂ ਕੀ ਭੀਤ। ਸਹਿਬ ਕਹਿਣ ਲੱਗੇ ਆ ਸੀਮਟ ਦੀਆਂ ਬਣਾਈਆਂ ਕੋਈਆਂ ਕੰਧਾਂ, ਆ ਇੱਟਾਂ ਪੱਕੀਆਂ ਲੱਗੀਆਂ ਖੋਈਆਂ ਵਾਲੀਆਂ ਕੰਧਾਂ, ਇਹ ਤਾਂ ਸ਼ਾਇਦ ਕੁਝ ਦਿਨ ਚੱਲ ਜਾਣ, ਪਰ ਉਦਾਹਰਨ ਸਤਿਗੁਰੂ ਨੇ ਮਿੱਟੀ ਦੀ ਕੰਧ ਦੀ ਦਿੱਤੀ ਹੈ। ਕਹਿੰਦੇ ਮਿੱਟੀ ਦੀ ਕੰਧ ਤਾਂ ਹੋ ਸਕਦਾ ਹੈ ਤੇਰੇ ਦੇਖਦਿਆਂ ਦੇਖਦਿਆਂ, ਜੇ ਕਿਤੇ ਭਾਰੀ ਬਰਸਾਤ ਆ ਜਾਏ, ਕਿਤੇ ਇਲਾਕੇ ਅੰਦਰ ਪਾਣੀ ਆ ਜਾਏ, ਤੇ ਮਿੱਟੀ ਦੀ ਬਣੀ ਕੋਈ ਵੀ ਚੀਜ਼ ਹੈ ਉਹ ਬਹੁਤਾ ਲੰਬਾ ਸਮਾਂ ਰਿਹਾ ਨਹੀਂ ਕਰਦੀ। ਕਹਿ ਨਾਨਕ ਥਿਰ ਨਾ ਰਹੈ, ਜਿਉਂ ਬਾਲੂ ਕੀ ਭੀਤ। ਬਾਲੂ ਦਾ ਅਰਥ ਵੈਸੇ ਹੁੰਦਾ ਰੇਤ, ਰੇਤ ਕਰ ਲਈਏ, ਮਿੱਟੀ ਕਰ ਲਈਏ। ਭੀਤ ਦਾ ਅਰਥ ਹੈ ਕੰਧ। ਜਿਵੇਂ ਮਿੱਟੀ ਦੀ ਬਣੀ ਕੋਈ ਕੰਧ ਕੋਈ ਬਹੁਤਾ ਲੰਬਾ ਸਮਾਂ ਠਹਿਰਿਆ ਨਹੀਂ ਕਰਦੀ, ਬਸ ਇਸੇ ਤਰ੍ਹਾਂ ਹੀ ਇਹ ਜਗਤ ਹੈ। ਇਸ ਜਗਤ ਦੇ ਅੰਦਰ ਆਏ ਕੋਈ ਜੀਵ ਜਿਹੜੇ ਹਨ, ਕੋਈ ਨਹੀਂ ਕਹਿ ਸਕਦਾ ਕਿ ਮੈਂ ਇੰਨੇ ਕੁ ਦਿਨ ਜਗਤ ਦੇ ਅੰਦਰ ਰਹਿ ਸਕਦਾ। ਸਤਿਗੁਰੂ ਕਹਿਣ ਲੱਗੇ ਸਵਾਸ ਚੱਲ ਰਹੇ ਨੇ ਤੇ ਤੂੰ ਇਨਸਾਨ ਹੈ, ਸਵਾਸ ਰੁਕ ਗਏ ਤੇ ਤੂੰ ਵੀ ਮਿੱਟੀ ਦੀ ਢੇਰੀ ਹੈ। ਭਾਵੇਂ ਸਤਿਗੁਰੂ ਨੇ ਮਿੱਟੀ ਦੀ ਕੰਧ ਦੀ ਉਦਾਹਰਣ ਦੇ ਦਿੱਤੀ, ਪਰ ਜੇ ਹੋਰ ਗਹਿਰਾਈ ਨਾਲ ਦੇਖਿਆ ਜਾਏ ਤੇ ਹੋ ਸਕਦਾ ਮਿੱਟੀ ਦੀ ਕੰਧ ਵੀ 4 ਦਿਨ ਕੱਢ ਜਾਏ, ਪਰ ਇਸ ਮਨੁੱਖ ਦਾ ਤੇ ਪਤਾ ਹੀ ਕੋਈ ਨਹੀਂ। ਸਹਿਬ ਕਹਿਣ ਲੱਗੇ ਖਮ ਆਦਮੀ ਖਾਂ ਇੱਕ ਦਮੀ, ਮੋਲਤ ਮੋਤ न ਜਾਣਾ। ਪਤਾ ਨਹੀਂ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ। ਬਾਬਾ ਫਰੀਦ ਜੀ ਨੇ ਪਾਵਨ ਬਾਣੀ ਅੰਦਰ ਇਸ ਦਾ ਜਦੋਂ ਜ਼ਿਕਰ ਕੀਤਾ, ਕਹਿਣ ਲੱਗੇ ਇਹ ਇਨਸਾਨ ਕੱਪੜਿਆਂ ਦੇ ਨਾਲ ਆਪਣੇ ਤਨ ਨੂੰ ਢੱਕਦਾ ਹੈ, ਔਰ ਇੱਕ ਤਰ੍ਹਾਂ ਦੇ ਵਸਤਰ ਨਹੀਂ, ਇਹ ਤਰ੍ਹਾਂ ਤਰ੍ਹਾਂ ਦੇ ਵਸਤਰ ਅੱਜ ਇਨਸਾਨ ਆਪਣੇ ਤਨ ਦੇ ਉੱਪਰ ਪਾਉਣ ਵਾਸਤੇ ਆਪਣੇ ਘਰ ਦੇ ਅੰਦਰ ਇਕੱਠੇ ਕਰੀ ਫਿਰਦਾ ਹੈ। ਬਾਬਾ ਫਰੀਦ ਜੀ ਕਹਿਣ ਲੱਗੇ ਜਿਸ ਦਿਨ ਕੋਈ ਵਸਤਰ ਕੋਈ ਕੱਪੜਾ ਖਰੀਦਣ ਵਾਸਤੇ ਜਾਣਾ ਹੈ, ਉਸ ਦਿਨ ਹੋ ਸਕਦਾ ਆਪ ਨੂੰ ਤਸੱਲੀ ਨਾ ਹੋਏ, ਕਈ ਵਾਰ ਆਪਣੇ ਪਰਿਵਾਰ ਨੂੰ ਵੀ ਇਹ ਨਾਲ ਲੈ ਤੁਰਦਾ ਹੈ। ਜਿਸ ਵਕਤ ਕਿਸੇ ਦੁਕਾਨ ਤੇ ਜਾ ਕੇ ਇਸ ਨੇ ਕੱਪੜਾ ਖਰੀਦਣਾ ਸ਼ੁਰੂ ਕਰਨਾ ਹੈ ਤੇ ਹੁਣ ਉਸ ਕੱਪੜੇ ਵਾਲੇ ਨੂੰ ਦੁਕਾਨ ਵਾਲੇ ਨੂੰ ਕਹੇਗਾ, ਸਾਹਮਣੇ ਦੇਖ ਦੇਖ ਕੇ ਆਹ ਕੱਪੜਾ ਬਾਹਰ ਕੱਢ ਦੇ, ਹੁਣ ਇਸ ਪਾਸੇ ਵੱਲੋਂ ਆਹ ਕੱਪੜਾ ਬਾਹਰ ਕੱਢ ਦੇ। ਕੱਪੜਾ ਹੋ ਸਕਦਾ ਲੈਣਾ ਹੋਵੇ ਇੱਕ ਅੱਧਾ ਸੂਟ, ਪਰ ਇਸ ਨੇ ਬਹੁਤਾਤ ਕੱਪੜਿਆਂ ਦਾ ਢੇਰ ਲਵਾ ਲਿਆ। ਕਦੀ ਕੋਈ ਚੁਣ ਚੁਣ ਦੇਖੀ ਜਾਂਦਾ ਹੈ, ਕਦੀ ਕੋਈ ਦੇਖੀ ਜਾਂਦਾ ਹੈ। ਕਿੰਨੇ ਸਮੇਂ ਬਾਅਦ ਫਿਰ ਇਸ ਨੇ ਇੱਕ ਕੱਪੜਾ ਜਿਹੜਾ ਸੀ ਉਹ ਪਸੰਦ ਕਰ ਲਿਆ, ਤੇ ਉਹ ਕੱਪੜਾ ਵੇਚਣ ਵਾਲੇ ਨੇ ਵੀ ਇਸ ਇਨਸਾਨ ਨੂੰ ਬੜੀਆਂ ਗਰੰਟੀਆਂ ਬੜੀਆਂ ਵਾਰੰਟੀਆਂ ਇਸ ਤਰ੍ਹਾਂ ਦੀਆਂ ਦਿੱਤੀਆਂ ਕਿ ਇਹ ਕੱਪੜਾ ਇੰਨੇ ਦਿਨ ਕੱਢ ਜਾਏਗਾ, ਇਹ ਕੱਪੜਾ ਪਾਟੇਗਾ ਨਹੀਂ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਬਾਤਾਂ ਹੋਈਆਂ ਤੇ ਉਹ ਕੱਪੜਾ ਥਾਨ ਦੇ ਨਾਲੋਂ ਕਟਵਾ ਲਿਆ, ਹੁਣ ਆਪਣੇ ਘਰ ਅੰਦਰ ਲੈ ਆਂਦਾ। ਇਸ ਤੋਂ ਬਾਅਦ ਇਹ ਕੱਪੜਾ ਕਿਸੇ ਟੇਲਰ ਮਾਸਟਰ ਦੇ ਕੋਲ ਜਾਏਗਾ। ਹੁਣ ਉਸ ਇਨਸਾਨ ਨੇ ਫਿਰ ਇਸ ਕੱਪੜੇ ਨੂੰ ਕੱਟਣਾ ਹੈ, ਕੱਟਣ ਤੋਂ ਬਾਅਦ ਫਿਰ ਉਹ ਇਸ ਕੱਪੜੇ ਨੂੰ ਸੀਂਦਾ ਹੈ। ਕੁਝ ਸਮੇਂ ਬਾਅਦ ਇਸ ਕੱਪੜੇ ਨੂੰ ਤਿਆਰ ਕਰ ਦਿੰਦਾ ਹੈ। ਉਹ ਵੀ ਕੁਝ ਆਪਣੇ ਵੱਲੋਂ ਗਰੰਟੀ ਵਾਰੰਟੀ ਦੇ ਦੇਗਾ ਕਿ ਮੇਰਾ ਸੀਤਾ ਹੋਇਆ ਇਹ ਕੱਪੜਾ ਇੰਨੇ ਕੁ ਦਿਨ ਤਨ ਦੇ ਉੱਪਰ ਚੱਲ ਸਕਦਾ ਹੈ, ਮੇਰਾ ਸੀਤਾ ਹੋਇਆ ਕੱਪੜਾ ਕਦੀ ਪਾਟੇਗਾ ਨਹੀਂ, ਜਾਂ ਇਹ ਕੱਪੜਾ ਬਹੁਤ ਚੰਗਾ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਵੇਚਣ ਵਾਲੇ ਵੀ ਕਰ ਦਿੱਤੀਆਂ ਤੇ ਸੀਣ ਵਾਲੇ ਨੇ ਵੀ ਕਰ ਦਿੱਤੀਆਂ। ਤੇ ਬਾਬਾ ਫਰੀਦ ਜੀ ਕਹਿਣ ਲੱਗੇ ਜਿਹੜਾ ਇਹ ਸੂਟ ਤਿਆਰ ਹੋਇਆ
ਜਿਹੜਾ ਇਹ ਵਸਤਰ, ਇਹ ਕੱਪੜਾ ਤਿਆਰ ਹੋਇਆ, ਜਿਸ ਦੇ ਤਨ ਦੇ ਉੱਪਰ ਜਾ ਕੇ ਪੈਣਾ ਹੈ, ਕਿ ਉਸ ਦੀ ਕੋਈ ਗਰੰਟੀ ਵਾਰੰਟੀ ਹੈ ਕਿ ਇੰਨੇ ਕੁ ਦਿਨ ਇਹ ਇਨਸਾਨ ਜਿਸ ਦੇ ਤਨ ਦੇ ਉੱਪਰ ਅੱਜ ਨਵਾਂ ਸੂਟ ਪਾ ਦਿੱਤਾ, ਇਹ ਇੰਨੇ ਕੁ ਦਿਨ ਚੱਲ ਜਾਏਗਾ? ਸਾਹਿਬ ਕਹਿਣ ਲੱਗੇ, ਇੱਕ ਪਲ ਦਾ ਵੀ ਭਰੋਸਾ ਕੋਈ ਨਹੀਂ, ਕੱਪੜੇ ਦਾ ਵੀ ਭਰੋਸਾ, ਸੀਨ ਵਾਲੇ ਵੱਲੋਂ ਵੀ ਕੁਝ ਭਰੋਸਾ, ਪਰ ਜਿਸ ਤਨ ਦੇ ਉੱਪਰ ਆ ਕੇ ਪੈ ਗਿਆ, ਉਸ ਤਨ ਦਾ ਤੇ ਬਿਲਕੁਲ ਵੀ ਕੋਈ ਭਰੋਸਾ ਨਹੀਂ ਕਿ ਉਹ ਕਿੰਨਾ ਕੁ ਸਮਾਂ ਚੱਲ ਸਕੇ। ਬਾਬਾ ਫਰੀਦ ਜੀ ਪਾਵਨ ਬਾਣੀ ਅੰਦਰ ਜ਼ਿਕਰ ਕਰਦੇ ਨੇ, ਕਹਿਣ ਲੱਗੇ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸ਼ਾਇਖ ਸ਼ੇਖ। ਤਨ ਦੇ ਉੱਪਰ ਪਾਏ ਹੋਏ ਕੱਪੜੇ ਨੂੰ ਪਾਟ ਜਾਏ ਤਾਂ ਫਿਰ ਵੀ ਸ਼ਾਇਦ ਜੋੜ ਲੱਗ ਜਾਏ, ਪਰ ਆਤਮਾ ਇਸ ਸਰੀਰ ਦੇ ਵਿੱਚੋਂ ਨਿਕਲ ਗਈ, ਇਸ ਨੇ ਵਾਪਸ ਨਹੀਂ ਆਉਣਾ, ਇਸ ਤਨ ਨੂੰ ਜੋੜ ਕੋਈ ਨਹੀਂ ਲੱਗਣਾ। ਸਾਹਿਬ ਕਹਿਣ ਲੱਗੇ, ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ, ਕਹਿ ਨਾਨਕ ਥਿਰ ਨਾ ਰਖੈ, ਜਿਉਂ ਬਾਲੂ ਕੀ ਭੀਤ। ਪਰ ਜਦੋਂ ਮਨੁੱਖ ਵੱਲ ਦੇਖਿਆ ਜਾਂਦਾ ਹੈ, ਇਸ ਦੇ ਘਰ ਦੇ ਅੰਦਰ ਪਲ ਰਿਹਾ ਬੱਚਾ, ਬਾਬਾ ਭਗਤ ਕਬੀਰ ਸਾਹਿਬ ਜੀ ਪਾਵਨ ਬਾਣੀ ਅੰਦਰ ਸਾਂਝ ਪਾਉਣ ਲੱਗੇ, ਕਹਿੰਦੇ, ਜਦੋਂ ਮੈਂ ਦੇਖਦਾ ਕਿ ਆਪਣੇ ਪਰਿਵਾਰ ਦੇ ਬੱਚੇ ਵੱਲ ਦੇਖ ਕੇ ਇਹ ਪਰਿਵਾਰ ਬੜਾ ਮਾਣ ਕਰੀ ਜਾਂਦਾ ਹੈ ਕਿ ਮੇਰਾ ਬੱਚਾ, ਮੇਰਾ ਲਾਲ ਇੰਨਾ ਵੱਡਾ ਹੋ ਗਿਆ, ਫਿਰ ਇਹ ਜਨਮ ਦਿਨ ਮਨਾਉਂਦਾ ਹੈ, ਫਿਰ ਇਹ ਬੜੀਆਂ ਖੁਸ਼ੀਆਂ ਸਾਂਝੀਆਂ ਕਰਦਾ ਹੈ। ਕਿਤੇ ਬੱਚੇ ਦਾ 4 ਦਿਨ ਜਨਮ ਦਿਨ ਮਨਾ ਲੈਣਾ, ਖੁਸ਼ੀ ਸਾਂਝੀ ਕਰ ਲੈਣੀ ਵੱਖਰੀ ਗੱਲ ਹੈ, ਪਰ ਇਹ ਤਾਂ 80-80 ਸਾਲ ਤੇ ਜਾ ਕੇ ਵੀ ਆਪਣੇ ਜਨਮ ਦਿਨ ਆਪੇ ਮਨਾਈ ਜਾਂਦਾ ਹੈ। ਕੋਈ ਸਮਾਜ ਅੰਦਰ ਚੰਗਾ ਕੰਮ ਕਰ ਜਾਂਦਾ, ਫਿਰ ਇਸ ਨੂੰ ਆਪਣੇ ਜਨਮ ਦਿਨ ਆਪ ਮਨਾਉਣ ਦੀ ਲੋੜ ਨਹੀਂ ਸੀ ਪੈਣੀ, ਇਸ ਨੂੰ ਮਨੁੱਖਤਾ ਨੇ ਯਾਦ ਕਰਨਾ ਸੀ, ਪਰ ਇਹ ਤੇ ਆਪਣੇ ਜਨਮ ਦਿਨ ਆਪ ਹੀ ਮਨਾਈ ਜਾਂਦਾ ਹੈ। ਅਜੇ ਵੀ ਜਗਤ ਦੇ ਵਿੱਚੋਂ ਜਾਣ ਨੂੰ ਦਿਲ ਕੋਈ ਨਹੀਂ ਕਰਦਾ। ਬਾਬਾ ਭਗਤ ਕਬੀਰ ਸਾਹਿਬ ਜੀ ਇਹ ਸਾਂਝ ਕਰਨ ਲੱਗੇ, ਕਹਿੰਦੇ, ਘਰ ਦੇ ਅੰਦਰ ਜਿਸ ਵਕਤ ਉਹ ਛੋਟਾ ਬੱਚਾ ਵੱਡਾ ਹੁੰਦਾ ਜਾ ਰਿਹਾ ਹੈ ਤੇ ਪਰਿਵਾਰ ਬੜਾ ਪ੍ਰਸੰਨ ਹੈ ਕਿ ਸਾਡਾ ਲਾਲ, ਸਾਡਾ ਬੱਚਾ ਵੱਡਾ ਹੁੰਦਾ ਜਾ ਰਿਹਾ ਹੈ, ਸਾਡੇ ਮੁਤਾਬਕ ਤੇ ਵਾਕਈ ਉਹ ਵੱਡਾ ਹੁੰਦਾ ਜਾ ਰਿਹਾ ਹੈ, ਪਰ ਸਤਿਗੁਰੂ ਦੀ ਪਾਵਨ ਬਾਣੀ ਕਹਿਣ ਲੱਗੇ, ਵੱਡਾ ਨਹੀਂ ਹੁੰਦਾ ਜਾ ਰਿਹਾ, ਉਹ ਤੇ ਦਿਨੋਂ ਦਿਨ ਛੋਟਾ ਹੁੰਦਾ ਜਾ ਰਿਹਾ ਹੈ। ਕਿਸ ਭੁਲੇਖੇ ਦੇ ਅੰਦਰ ਹੈ? ਜਿਸ ਦਿਨ ਇਸ ਦਾ ਜਨਮ ਹੋਇਆ, ਸਵਾਸ ਤਾਂ ਉਸੇ ਦਿਨ ਤੋਂ ਹੀ ਘਟਨੇ ਸ਼ੁਰੂ ਹੋ ਗਏ, ਜਾਂ ਇਸ ਤੋਂ ਵੀ ਪਹਿਲਾਂ ਦੀ ਜੇ ਕਿਤੇ ਗੱਲ ਕਰ ਲਈਏ, ਮਾਂ ਦੇ ਗਰਭ ਦੇ ਅੰਦਰ ਜਿਹੜਾ ਬੱਚਾ ਪਲ ਰਿਹਾ ਹੈ, ਅਜੇ ਜਨਮ ਨਹੀਂ ਹੋਇਆ, ਜਿਸ ਦਿਨ ਸਵਾਸ ਅੰਦਰ ਆ ਕੇ ਗਰਭ ਦੇ ਉਸ ਬੱਚੇ ਦੇ ਵਿੱਚ ਪੈ ਗਏ, ਸਵਾਸ ਤਾਂ ਉਸੇ ਦਿਨ ਤੋਂ ਹੀ ਘਟਨੇ ਸ਼ੁਰੂ ਹੋ ਜਾਂਦੇ ਨੇ। ਅਜੇ ਕੁਝ ਮਹੀਨਿਆਂ ਬਾਅਦ ਇਸ ਦਾ ਜਨਮ ਹੋਣਾ ਹੈ, ਤਾਂ ਹੀ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿ ਚੇਤਨਾ ਗਏ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਵੇਂ ਟੁੱਟੇ ਬਰਤਨ ਵਿੱਚੋਂ ਪਾਣੀ ਨਿਕਲੀ ਜਾਂਦਾ ਹੈ, ਇਸੇ ਤਰ੍ਹਾਂ ਤੇਰੇ ਸਵਾਸ ਵੀ ਇਸ ਦੇਹੀ ਦੇ ਵਿੱਚੋਂ ਨਿਕਲਦੇ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਦੇ ਬੋਲ ਸਾਂਝੇ ਕਰ ਰਿਹਾ ਸਾਂ, ਕਹਿੰਦੇ, ਤੂੰ ਕਹਿੰਦਾ ਮੇਰਾ ਲਾਲ, ਮੇਰਾ ਬੱਚਾ ਵੱਡਾ ਹੁੰਦਾ ਜਾ ਰਿਹਾ ਹੈ, ਪਰ ਤੈਨੂੰ ਬਹੁਤ ਵੱਡਾ ਭੁਲੇਖਾ ਹੈ, ਇਹ ਵੱਡਾ ਨਹੀਂ, ਇਹ ਤੇ ਛੋਟਾ ਹੁੰਦਾ ਜਾ ਰਿਹਾ ਹੈ। ਜਨਨੀ ਜਾਨਤ ਸੁਤ ਬੜਾ ਹੋਤ ਹੈ, ਸੁਤ ਦਾ ਅਰਥ ਹੈ ਪੁੱਤਰ, ਜਨਨੀ ਦਾ ਅਰਥ ਕਰ ਲਈਏ ਮਾਤਾ। ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੇ ਕਿ ਦਿਨ ਦਿਨ ਅਵਧ ਘਟਤ ਹੈ, मोर मोर कर अधिक लाड तर पेकत ही जम राव हसै, ऐसा तै जग भरम लाया कैसे बूझै जब मोया के माया। साहब कहन लगे कौन समझाए, क्योंकि माया दे मोह अंदर इना ये जीव फस गया, इस नूं चेता ही कोई नहीं आउंदा कि जगत दे अंदर सदीव काल लई टिके नहीं रहना, इथों एक दिन चले जाना है। जग रचना सब झूठ है, जान लेहो रे मीत, कह नानक थिर ना रहे। ज्यों बालू की भीत, जिवें ओ कंध डिग जानी है, इसे तरह ए इंसान तुम ही जगत विचों चले जाना है।
ਬਾਬਾ ਫਰੀਦ ਜੀ ਨੇ ਪਾਵਨ ਬਾਣੀ ਦੇ ਅੰਦਰ ਇੱਕ ਹੋਰ ਉਦਾਹਰਣ ਸਾਂਝੀ ਕੀਤੀ ਤੇ ਉਹ ਕਹਿੰਦੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਅਸਮਾਨ ਅਤੇ ਧਰਤੀ ਆਪਸ ਦੇ ਵਿੱਚ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਦੇ ਹੋਣ। ਅਸਮਾਨ ਨੇ ਇਸ ਧਰਤੀ ਦੇ ਨਾਲ ਕੁਝ ਗੱਲ ਸਾਂਝੀ ਕੀਤੀ ਕਿ ਐ ਧਰਤੀ ਦੇਖ, ਜਦੋਂ ਦਾ ਇਹ ਪਸਾਰਾ ਰੱਬ ਨੇ ਪਸਾਰਿਆ, ਮੇਰੇ ਇਸ ਅਸਮਾਨ ਦੇ ਅੰਦਰ ਜਿੰਨੇ ਵੀ ਚੀਜ਼ਾਂ ਹਨ ਸਾਰੀਆਂ ਸਹੀ ਸਲਾਮਤ ਹਨ, ਇਹਨਾਂ ਵਿੱਚੋਂ ਕੋਈ ਚੀਜ਼ ਵੀ ਘਟੀ ਨਹੀਂ। ਮੇਰੇ ਕੋਲ ਜਿਹੜੇ ਤਾਰੇ ਹਨ ਉਹ ਤਾਰੇ ਸਿਤਾਰੇ ਵੀ ਉਸੇ ਤਰ੍ਹਾਂ ਕਾਇਮ ਨੇ। ਮੇਰੇ ਕੋਲ ਚੰਦਰਮਾ ਹੈ, ਇਹ ਵੀ ਉਸੇ ਤਰ੍ਹਾਂ ਸਹੀ ਸਲਾਮਤ ਹੈ। ਮੇਰੇ ਕੋਲ ਸੂਰਜ ਹੈ। ਜਦੋਂ ਦੀ ਧਰਤੀ ਬਣਾਈ ਗਈ, ਇਹ ਪਸਾਰਾ ਪਸਾਰਿਆ ਗਿਆ, ਮੇਰੇ ਕੋਲ ਸੂਰਜ ਵੀ ਉਸੇ ਦਿਨ ਤੋਂ ਕਾਇਮ ਹੈ। ਤੇ ਐ ਧਰਤੀ ਤੇਰੇ ਉੱਪਰ ਤੇ ਬੜੇ ਇੱਥੇ ਆਏ, ਇੱਥੇ ਹਰਨਾਕਸ਼ ਵਰਗੇ ਆਏ ਜਿਹੜੇ ਬੜਾ ਦਾਵਾ ਕਰ ਗਏ ਕਿ ਮੈਂ ਕਦੀ ਵੀ ਖਤਮ ਨਹੀਂ ਹੋਣਾ, ਮੈਨੂੰ ਕੋਈ ਵੀ ਤਾਕਤ ਮਾਰ ਨਹੀਂ ਸਕਦੀ। ਇੱਥੇ ਔਰੰਗਜ਼ੇਬ ਵਰਗੇ ਆਏ, ਇੱਥੇ ਹਿਟਲਰ ਵਰਗੇ ਆਏ, ਇੱਥੇ ਨਪੋਲੀਅਨ ਵਰਗੇ ਆਏ ਜਿਨ੍ਹਾਂ ਨੇ ਬੜੇ ਦਾਅਵੇ ਕੀਤੇ ਕਿ ਸਾਰੇ ਜਗਤ ਨੂੰ ਅਸੀਂ ਫਤਿਹ ਕਰ ਲੈਣਾ ਹੈ। ਪਰ ਅੱਜ ਤੇ ਸਾਰਾ ਕੁਝ ਜਿੰਨਾ ਵੀ ਹੈ, ਇਹ ਜਿੰਨੇ ਵੀ ਜਗਤ ਦੇ ਅੰਦਰ ਆਏ ਸਾਰੇ ਹੀ ਸੁਪਨਾ ਬਣ ਕੇ ਰਹਿ ਗਏ, ਕੋਈ ਵੀ ਜਗਤ ਦੇ ਅੰਦਰ ਨਾ ਰਿਹਾ। ਐ ਧਰਤੀ ਹੁਣ ਕੀ ਉੱਤਰ ਦੇਂਗੀ? ਤੇ ਅੱਗੋਂ ਧਰਤੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਆਏ ਤਾਂ ਜ਼ਰੂਰ ਹਨ, ਇਹਨਾਂ ਦੀ ਆਤਮਾ ਜਿਹੜੀ ਹੈ ਦਿਨ ਰਾਤ ਉਲਾਂਭੇ ਸਹਿ ਰਹੀ ਏ। ਜਗਤ ਦੇ ਅੰਦਰ ਆਏ, 4 ਦਿਨ ਆਪਣੇ ਵਾਜੇ ਵਜਾ ਗਏ, ਆਖਰ ਵਾਪਸ ਮੁੜ ਗਏ, ਪਰ ਇਹਨਾਂ ਦੀ ਆਤਮਾ ਕੁਰਲਾਉਂਦੀ ਕੋਈ ਮੈਨੂੰ ਅੱਜ ਵੀ ਸੁਣਦੀ ਹੈ, ਕਿਉਂਕਿ ਇਹਨਾਂ ਨੇ ਜਗਤ ਦੇ ਅੰਦਰ ਆ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਈ ਹੀ ਕੋਈ ਨਾ, ਬਸ ਮਨੁੱਖਤਾ ਦੇ ਨਾਲ ਧੋਖਾ ਕੀਤਾ, ਇਸ ਮਨੁੱਖਤਾ ਨੂੰ ਲੁੱਟਿਆ ਤੇ ਅੱਜ ਆਪ ਇਹ ਸਾਰੇ ਸਦਾ ਦੀ ਨੀਂਦ ਸੌਂ ਗਏ। ਭਗਤ ਫਰੀਦ ਸਾਹਿਬ ਜੀ ਨੇ ਪਾਵਨ ਬਾਣੀ ਅੰਦਰ ਇਹ ਬਚਨ ਰਚਿਆ, ਕਹਿਣ ਲੱਗੇ ਜਿਮੀ ਪੁੱਛੇ ਅਸਮਾਨ ਫਰੀਦਾ, ਖੇਵਟ ਕਿਨ ਗਏ ਜਾਲਣ ਗੋਰਾ ਨਾਲ, ਉਹ ਲਾਮੇ ਜੀ ਸਹੇ। ਧਰਤੀ ਕਹਿ ਰਹੀ ਸੀ ਕਿ ਲੱਕੜਾਂ ਦੇ ਨਾਲ ਇਹਨਾਂ ਨੂੰ ਸਾੜ ਦਿੱਤਾ, ਇਹਨਾਂ ਨੂੰ ਜਗਤ ਦੇ ਵਿੱਚੋਂ ਖਤਮ ਕਰ ਦਿੱਤਾ, ਇਹਨਾਂ ਦੀ ਆਤਮਾ ਅੱਜ ਵੀ ਉਲਾਂਭੇ ਸਹੀ ਜਾਂਦੀ ਹੈ, ਕਿਤੇ ਇਹ ਕੰਮ ਸਾਡੇ ਨਾਲ ਨਾ ਹੋ ਜਾਏ। ਜਾਣ ਤੋਂ ਬਾਅਦ ਕਿਤੇ ਸਾਨੂੰ ਵੀ ਲੋਕ ਮਾੜਾ ਨਾ ਕਹਿੰਦੇ ਫਿਰਨ, ਇਸ ਕਰਕੇ ਜੇ ਜਗਤ ਦੇ ਅੰਦਰ ਵਿਚਰ ਰਹੇ ਆ ਤੇ ਸਾਹਿਬ ਕਹਿਣ ਲੱਗੇ ਉਹ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਪਰਮਾਤਮਾ ਦੇ ਨਾਲ ਸਾਂਝ ਪਾ ਲੈ, ਤਾਂ ਕਿ ਤੇਰਾ ਇਹ ਮਿਲਿਆ ਹੋਇਆ ਸਮਾਂ ਸਫਲ ਹੋ ਜਾਏ। ਸਮਾਂ ਹੱਥੋਂ ਨਿਕਲਦਾ ਜਾ ਰਿਹਾ ਹੈ, ਇਸ ਨੇ ਹੱਥ ਕੋਈ ਨਹੀਂ ਆਉਣਾ, ਕਿਉਂਕਿ ਜਗ ਰਚਨਾ ਸਭ ਝੂਠ ਹੈ, ਜਾਨ ਲੈ ਹੋਰੇ ਮੀਤ। ਸਾਹਿਬ ਕਹਿਣ ਲੱਗੇ ਮੇਰੇ ਮਿੱਤਰ ਸੱਚ ਕਰਕੇ ਮੰਨ ਲੈ, ਮੈਂ ਵਾਰ-ਵਾਰ ਸਮਝਾ ਰਿਹਾ ਹਾਂ ਇਹ ਹੈ ਤਾਂ ਸਭ ਕੁਝ ਝੂਠਾ, ਪਰ ਇਸ ਦੇ ਅੰਦਰ ਜਿਹੜਾ ਰਾਮ ਵਸ ਰਿਹਾ ਹੈ, ਜਿਹੜਾ ਪਰਮਾਤਮਾ ਵਸ ਰਿਹਾ ਹੈ, ਜਾਂ ਭੀਤਰ ਇਹ ਰਾਮ ਵਸਤ ਹੈ। ਸਾਚੋ ਤਾਹੇ ਪਛਾਨੋ, ਉਹ ਤੇ ਸੱਚਾ ਹੈ। ਜੇ ਆ ਦੇਹੀ ਸੱਚੀ ਨਹੀਂ, ਜੇ ਆ ਜਗਤ ਸੱਚਾ ਨਹੀਂ, ਪਰ ਜਿਹੜਾ ਤੇਰੇ ਹਿਰਦੇ ਦੇ ਅੰਦਰ ਵਸ ਰਿਹਾ ਹੈ ਉਹ ਤਾਂ ਸੱਚਾ ਹੈ, ਉਹ ਤਾਂ ਸੱਚੇ ਦੀ ਜੋਤ ਹੈ। ਜਦੋਂ ਕੋਈ ਇਨਸਾਨ ਖਤਮ ਹੋ ਜਾਂਦਾ ਹੈ ਤੇ ਸਾਰਾ ਹੀ ਸਰੀਰ ਉਸ ਦਾ ਸਹੀ ਸਲਾਮਤ ਸਾਡੇ ਸਾਹਮਣੇ ਪਿਆ ਹੁੰਦਾ ਹੈ, ਬਸ ਇੱਕ ਪਰਮਾਤਮਾ ਦੀ ਵਿੱਚੋਂ ਜੋਤ ਹੀ ਨਿਕਲ ਜਾਂਦੀ ਏ। ਉਹ ਜੋਤ ਨਿਕਲਣ ਤੋਂ ਬਾਅਦ ਇਹ ਇਨਸਾਨ ਦਾ ਕੋਈ ਵੀ ਅੰਗ ਜਿਹੜਾ ਹੈ ਉਹ ਕੰਮ ਕੋਈ ਨਹੀਂ ਕਰਦਾ, ਬਸ ਉਹ ਜਿਹੜੀ ਅੰਦਰ ਜੋਤ ਆਈ ਸੀ ਅੱਜ ਉਹ ਜੋਤ ਵਾਪਸ ਮੁੜ ਗਈ, ਉਹੀ ਜੋਤ ਸੱਚੇ ਦੀ ਹੈ। ਸਾਹਿਬ ਕਹਿਣ ਲੱਗੇ ਉਸੇ ਜੋਤ ਦੇ ਨਾਲ ਨਾਤਾ ਪਾ ਲੈਂਦਾ ਤੇ ਤੇਰਾ ਆਇਆ ਹੋਇਆ ਸਫਲਾ ਹੋ ਜਾਣਾ ਸੀ। ਹਾਂ, ਕੁਝ ਗੁਰਮੁਖ ਪਿਆਰੇ ਐਸੇ ਜਿਨ੍ਹਾਂ ਨੂੰ ਸਮਝ ਪੈ ਗਈ, ਉਹ ਜਗਤ ਦੇ ਇਸ ਪਸਾਰੇ ਅੰਦਰ ਦੁਨੀਆ ਦਾ ਕਾਰੋਬਾਰ ਵੀ ਕਰ ਗਏ ਤੇ ਇਹ ਵੀ ਚੇਤੇ ਰਹਿ ਗਿਆ ਕਿ ਇੱਥੇ ਸਦੀਵ ਕਾਲ ਲਈ ਟਿਕੇ ਨਹੀਂ ਰਹਿਣਾ, ਇੱਥੋਂ ਚਲੇ ਜਾਣਾ ਹੈ। ਭਾਈ ਗੁਰਦਾਸ ਜੀ ਨੇ ਉਸ ਸੰਬੰਧੀ ਬੜੇ ਸੋਹਣੇ ਪ੍ਰਮਾਣ ਦੇ ਕੇ ਗੱਲ ਸਾਂਝੀ ਕੀਤੀ।
ਕਹਿਣ ਲੱਗੇ ਜਿਵੇਂ ਕਿਸੇ ਸਰਾਂ ਦੇ ਅੰਦਰ, ਕਿਸੇ ਹੋਟਲ ਦੇ ਅੰਦਰ, ਜਾਂ ਕਈ ਵਾਰ ਗੁਰਦੁਆਰੇ ਦੇ ਅੰਦਰ ਵੀ ਬਾਹਰੋਂ ਆਏ ਕੋਈ ਯਾਤਰੀ ਜਿਹੜੇ ਹਨ ਉਹ ਰੁਕ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਉੱਥੋਂ ਵੀ ਇਸ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਆਇਆ ਹੋਇਆ ਇੱਕ ਯਾਤਰੀ, ਇੱਕ ਮੁਸਾਫਰ, ਕਈ ਵਾਰ ਦੇਖਦੇ ਆ ਪੰਜਾਬ ਦੀ ਧਰਤੀ ਤੇ ਕਸ਼ਮੀਰ ਵੱਲੋਂ ਕੁਝ ਲੋਕ ਜਿਹੜੇ ਹਨ ਉਹ ਗਰਮ ਕੱਪੜੇ, ਕੁਝ ਹੋਰ ਮਸਾਲੇ ਆਦਿ ਲੈ ਕੇ ਆਲੇ ਦੁਆਲੇ ਪਿੰਡਾਂ ਥਾਵਾਂ ਤੇ ਇਹਨਾਂ ਸ਼ਹਿਰਾਂ ਨਗਰਾਂ ਅੰਦਰ ਵੇਚਣ ਵਾਸਤੇ ਆ ਜਾਂਦੇ ਨੇ। ਤੇ ਜਿਸ ਵਕਤ ਰਾਤ ਦਾ ਸਮਾਂ ਹੁੰਦਾ ਹੈ, ਪਤਾ ਨਹੀਂ ਉਹਨਾਂ ਨੇ ਕਿਸ ਦਾ ਦਰਵਾਜ਼ਾ ਜਾ ਖੜਕਾਉਣਾ ਹੈ ਕਿ ਮੈਨੂੰ ਆਪਣੇ ਘਰ ਅੰਦਰ ਰਾਤ ਰੱਖ ਲਿਆ ਜਾਏ, ਮੈਂ ਸਵੇਰੇ ਉੱਠ ਕੇ ਆਪਣੇ ਰਾਹੇ ਚਲਾ ਜਾਵਾਂਗਾ। ਹੁਣ ਜਿਸ ਦੇ ਘਰ ਦਾ ਵੀ ਦਰਵਾਜ਼ਾ ਖੜਕਾਇਆ, ਉਹਨਾਂ ਨੇ ਤਰਸ ਕੀਤਾ ਕਿ ਮੁਸਾਫਰ ਹੈ, ਆਪਣੇ ਘਰ ਦੇ ਅੰਦਰ ਰੱਖ ਲਵਾਂਗੇ, ਜਾਂ ਕਿਤੇ ਵੀ ਉਹ ਸਰਾਂ ਦੇ ਅੰਦਰ, ਕਿਸੇ ਹੋਟਲ ਦੇ ਅੰਦਰ ਉਹ ਕਿਤੇ ਵੀ ਰੁਕ ਗਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਸ ਵਕਤ ਆਇਆ ਹੋਇਆ ਇਹ ਪ੍ਰਾਣੀ ਰੁਕਿਆ, ਹੁਣ ਘਰ ਦੇ ਜਿੰਨੇ ਵੀ ਮੈਂਬਰ ਹਨ ਇਹਨਾਂ ਦੇ ਘਰ ਦੇ ਅੰਦਰ ਹੋ ਸਕਦਾ ਬਹੁਤਾਤ ਖੁਸ਼ੀਆਂ ਹੋਣ, ਕੋਈ ਵਿਆਹ ਕਾਰਜ ਹੋਵੇ, ਤੇ ਆਇਆ ਹੋਇਆ ਮੁਸਾਫਰ ਇਸ ਘਰ ਦੇ ਅੰਦਰ ਰੁਕਿਆ। ਇਸ ਨੂੰ ਘਰ ਪਰਿਵਾਰ ਵਾਲਿਆਂ ਨੇ ਜਿਵੇਂ ਦਾ ਕੋਈ ਕਮਰਾ ਖਾਲੀ ਸੀ ਉਹ ਦੇ ਦਿੱਤਾ, ਜਿਵੇਂ ਦਾ ਬਿਸਤਰਾ ਹੋ ਸਕਿਆ ਸਰਿਆ ਉਹ ਦੇ ਦਿੱਤਾ। ਆਇਆ ਹੋਇਆ ਮੁਸਾਫਰ ਘਰ ਅੰਦਰ ਰੁਕ ਗਿਆ। ਇਸ ਨੇ ਦੇਖਿਆ ਕਿ ਅੱਜ ਸਾਰਾ ਪਰਿਵਾਰ ਬੜਾ ਪ੍ਰਸੰਨ ਹੈ, ਇਹਨਾਂ ਦੇ ਘਰ ਦੇ ਅੰਦਰ ਖੁਸ਼ੀਆਂ, ਤੇ ਇਹ 2 ਘੜੀਆਂ ਪਰਿਵਾਰ ਦੇ ਕੋਲ ਬੈਠ ਕੇ ਇਹ ਖੁਸ਼ੀਆਂ ਸਾਂਝੀਆਂ ਕਰਨ ਲੱਗ ਪਿਆ। ਪਰ ਅੰਦਰ ਤਾਂ ਇੱਕ ਆਵਾਜ਼ ਆ ਰਹੀ ਏ ਕਿ ਇਹ ਮੇਰਾ ਘਰ ਨਹੀਂ, ਇਹ ਮੇਰਾ ਪਰਿਵਾਰ ਨਹੀਂ, ਮੈਂ ਸਦੀਵ ਕਾਲ ਲਈ ਇੱਥੇ ਟਿਕੇ ਨਹੀਂ ਰਹਿਣਾ। ਅੱਜ ਮੈਂ ਇਸ ਘਰ ਦੇ ਅੰਦਰ ਠਹਿਰਿਆ, ਕੱਲ ਕਿਸੇ ਹੋਰ ਘਰ ਦੇ ਅੰਦਰ ਵੀ ਠਹਿਰਨਾ ਪੈ ਸਕਦਾ ਹੈ, ਆਖਰ ਤਾਂ ਮੈਂ ਇੱਕ ਦਿਨ ਆਪਣੇ ਘਰ ਦੇ ਅੰਦਰ ਚਲੇ ਜਾਣਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜੇ ਉਸ ਘਰ ਅੰਦਰ ਖੁਸ਼ੀ ਸੀ ਤੇ ਇਸ ਨੇ 2 ਘੜੀਆਂ ਬੈਠ ਕੇ ਉਹ ਖੁਸ਼ੀ ਸਾਂਝੀ ਕਰ ਲਈ। ਤੇ ਜੇ ਉਸ ਘਰ ਦੇ ਅੰਦਰ ਕਿਤੇ ਕੋਈ ਅਚਾਨਕ ਕਿਸੇ ਦੀ ਮੌਤ ਹੋ ਜਾਂਦੀ ਏ, ਉਸ ਘਰ ਦੇ ਅੰਦਰ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਹੋ ਸਕਦਾ ਹੈ ਕੁਝ ਰੋਣ ਕਲਪਣ ਲੱਗ ਜਾਣ। ਤੇ ਆਇਆ ਹੋਇਆ ਮੁਸਾਫਰ ਜਿਹੜਾ ਘਰ ਦੇ ਅੰਦਰ ਠਹਿਰਿਆ, ਹੋ ਸਕਦਾ ਹੈ ਉਹ ਵੀ ਬਾਹਰ ਨਿਕਲ ਕੇ ਕੁਝ ਕੁ ਸਮਾਂ ਉਹਨਾਂ ਦੇ ਕੋਲ ਬੈਠ ਜਾਏ, ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਲੱਗ ਜਾਏ। ਪਰ ਅੰਦਰ ਤਾਂ ਵਾਰ-ਵਾਰ ਠਣਕੀ ਜਾ ਰਿਹਾ ਹੈ ਕਿ ਇਹ ਮੇਰਾ ਘਰ ਨਹੀਂ, ਮੈਂ ਇੱਥੇ ਸਦੀਵ ਕਾਲ ਲਈ ਬੈਠੇ ਨਹੀਂ ਰਹਿਣਾ, ਇਹ ਮੇਰੇ ਸਦੀਵ ਦੇ ਸਾਥੀ ਨਹੀਂ, ਇਹਨਾਂ ਕੋਲ ਤੇ ਮੈਂ ਕੁਝ ਕੁ ਸਮਾਂ ਰੁਕਿਆ, ਕੱਲ ਨੂੰ ਮੈਂ ਆਪਣੀ ਮੰਜ਼ਿਲ ਵੱਲ ਤੁਰ ਪੈਣਾ। ਭਾਈ ਗੁਰਦਾਸ ਜੀ ਕਹਿੰਦੇ ਜੇ ਉਸ ਘਰ ਅੰਦਰ ਗਮੀ ਹੈ ਤੇ ਕੁਝ ਸਮਾਂ ਗਮੀ ਸਾਂਝੀ ਕਰ ਲਈ, ਜੇ ਖੁਸ਼ੀ ਹੈ ਤੇ ਖੁਸ਼ੀ ਸਾਂਝੀ ਕਰ ਲਈ। ਜੋ ਕੁਝ ਉਹਨਾਂ ਨੇ ਖਾਣ ਨੂੰ ਦੇ ਦਿੱਤਾ, ਤਰ੍ਹਾਂ ਤਰ੍ਹਾਂ ਦੀ ਕੋਈ ਮੰਗ ਨਹੀਂ ਰੱਖੀ ਕਿ ਮੈਨੂੰ ਆਹੀ ਕੁਝ ਖਾਣ ਵਾਸਤੇ ਚਾਹੀਦਾ ਹੈ, ਕਿਉਂਕਿ ਮੇਰਾ ਇਹ ਘਰ ਨਹੀਂ, ਮੈਂ ਇੱਥੇ ਸਦੀਵ ਕਾਲ ਲਈ ਟਿਕੇ ਨਹੀਂ ਰਹਿਣਾ। ਆਖਰ ਰਾਤ ਬਤੀਤ ਹੋ ਜਾਣੀ ਹੈ ਤੇ ਆਏ ਕੋਈ ਮੁਸਾਫਰ ਨੇ ਇਥੋਂ ਆਪਣਾ ਜਿੰਨਾ ਕੁ ਸਮਾਨ ਹੈ ਉਹ ਚੁੱਕਣਾ ਹੈ ਤੇ ਉਹ ਤੁਰ ਪੈਣਾ। ਭਾਈ ਗੁਰਦਾਸ ਜੀ ਕਹਿੰਦੇ ਬਸ ਰੱਬ ਦੇ ਪਿਆਰੇ ਜਿਹੜੇ ਸੰਤ ਜਨ ਨੇ ਉਹਨਾਂ ਦੀ ਵੀ ਇਹੀ ਹਾਲਤ ਹੁੰਦੀ ਹੈ। ਉਹਨਾਂ ਨੂੰ ਪਤਾ ਹੈ ਜਗਤ ਦੇ ਅੰਦਰ ਆਏ ਹਾਂ, ਇੱਥੇ ਸਦੀਵ ਕਾਲ ਲਈ ਟਿਕੇ ਨਹੀਂ ਰਹਿਣਾ। ਉਹ ਸਾਰੇ ਕੰਮ ਉਸ ਮੁਸਾਫਰ ਵਾਂਗੂ ਕਰੀ ਜਾਂਦੇ ਨੇ। ਆਖਰ ਉਹਨਾਂ ਨੂੰ ਚੇਤਾ ਹੈ ਕਿ ਇੱਕ ਦਿਨ ਜਗਤ ਦੇ ਵਿੱਚੋਂ ਚਲੇ ਜਾਣਾ। ਉਹ ਕੰਮ ਆਉਣ ਤੋਂ ਪਹਿਲਾਂ ਮਾਲਕ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਵੀ ਸਾਂਝ ਬਣਾਈ ਜਾਏ। ਜਿਵੇਂ ਉਹ ਮੁਸਾਫਰ ਰਹਿ ਵੀ ਗਿਆ, ਸਾਰੇ ਸੁੱਖ ਵੀ ਮਾਣ ਗਿਆ, ਇਸੇ ਤਰ੍ਹਾਂ ਰੱਬ ਦੇ ਪਿਆਰੇ ਹਨ। ਭਾਈ ਗੁਰਦਾਸ ਜੀ ਨੇ ਬੋਲ ਸਾਂਝੇ ਕੀਤੇ, ਕਹਿਣ ਲੱਗੇ ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ, ਨਾ ਪਰਾਈ ਤਾਤ ਨਾ ਚਿੱਤਰ ਹੱਸਿਆ, ਮੂਹੇ ਨਾ ਪੁੱਛੇ ਜਾਤ ਵਿਵਾਹ ਨਾ ਹੱਸਿਆ, ਦਾਤਾ ਕਰੇ ਜੋ ਦਾਤ ਨਾ ਭੁੱਖਾ ਤਸਿਆ, ਗੁਰਮੁਖ ਸਿਮਰਨ ਵਾਤ ਕਮਲ ਵਿਗਸਿਆ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ, ਜਿਹੜੇ ਰੱਬ ਦੇ ਪਿਆਰੇ ਹਨ, ਉਹ ਕਮਲ ਦੇ ਫੁੱਲ ਵਾਂਗ ਖਿੜੇ ਰਹਿੰਦੇ ਨੇ। ਉਹਨਾਂ ਸਾਹਮਣੇ ਦੁੱਖ ਆ ਜਾਏ,
ਉਹਨਾਂ ਸਾਹਮਣੇ ਸੁੱਖ ਆ ਜਾਏ, ਉਹਨਾਂ ਨੂੰ ਪਤਾ ਹੈ ਜਗਤ ਦੇ ਅੰਦਰ ਸਦੀਵ ਨਹੀਂ ਰਹਿਣਾ, ਕਿਉਂਕਿ ਜਗ ਰਚਨਾ ਸਭ ਝੂਠ ਹੈ। ਜਾਨ ਲਿਖੋ ਰੇ ਮੀਤ, ਕਹਿ ਨਾਨਕ ਥਿਰ ਨਾ ਰਖੈ, ਜਿਉਂ ਬਾਲੂ ਕੀ ਭੀਤ। ਜਿਵੇਂ ਮਿੱਟੀ ਦੀ ਕੰਧ ਨੇ ਡਿੱਗ ਜਾਣਾ, ਇਸੇ ਤਰ੍ਹਾਂ ਜਗਤ ਦੇ ਅੰਦਰ ਆਏ ਜੀਵ ਕਿਉਂ ਸਾਰਾ ਕੁਝ ਸੱਚ ਮੰਨ ਕੇ ਬੈਠ ਗਿਆ, ਇਥੋਂ ਵੀ ਚਲੇ ਜਾਣਾ। ਬਸ ਇਸ ਗੱਲ ਨੂੰ ਗੁਰੂ ਦੀ ਨੂੰ ਪ੍ਰਵਾਨ ਕਰ ਲੈ। ਇਸ ਕਰਕੇ ਕਰਤੇ ਦੇ ਨਾਮ ਦੇ ਨਾਲ ਜੁੜ ਜਾ, ਇੱਥੇ ਸਦੀਵ ਨਹੀਂ ਰਹਿਣਾ। ਇਹੀ ਗੱਲ ਵਾਰ-ਵਾਰ ਸਤਿਗੁਰੂ ਸਮਝਾ ਰਹੇ ਨੇ। ਇਹੀ ਗੱਲ ਭਾਈ ਗੁਰਦਾਸ ਜੀ ਨੇ ਇੱਕ ਹੋਰ ਥਾਂ ਤੇ ਵੀ ਸਾਂਝੀ ਕੀਤੀ। ਔਰ ਕਈ ਵਾਰ ਸਾਡੇ ਵਿੱਚ ਵੀ ਕੁਝ ਲੋਕ ਐਸੇ ਜਿਨ੍ਹਾਂ ਨੇ ਇਸ ਸਤਿਗੁਰੂ ਦੀ ਪਾਵਨ ਬਾਣੀ ਨੂੰ ਜਾਂ ਭਾਈ ਗੁਰਦਾਸ ਜੀ ਦੀ ਰਚਨਾ ਜਾਂ ਵਿਦਵਾਨਾਂ ਦੀ ਰਚਨਾ ਜਿੰਨੀ ਦੇਰ ਉਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਹੀਂ, ਅਰਥਾਂ ਨੂੰ ਵਿਚਾਰਿਆ ਨਹੀਂ, ਤੇ ਫਿਰ ਅਸੀਂ ਅਰਥਾਂ ਦੇ ਅਨਰਥ ਵੀ ਕਰ ਜਾਂਦੇ ਹਾਂ। ਬੜੀ ਵਾਰ ਦੀਵਾਲੀ ਦੀ ਰਾਤ ਇੱਕ ਬਚਨ ਪੜ੍ਹਿਆ ਜਾਂਦਾ ਹੈ ਭਾਈ ਗੁਰਦਾਸ ਜੀ ਦਾ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਨ, ਪਰ ਇਸ ਦਾ ਦੀਵਾਲੀ ਦੇ ਨਾਲ ਬਿਲਕੁਲ ਵੀ ਕੋਈ ਸੰਬੰਧ ਨਹੀਂ। ਸਾਡੇ ਵਿੱਚੋਂ ਦਰਬਾਰ ਸਾਹਿਬ ਜਾਂ ਸਾਡਾ ਕੇਂਦਰੀ ਅਸਥਾਨ, ਉੱਥੇ ਬੈਠ ਕੇ ਵੀ ਕੁਝ ਗੁਰੂ ਕੇ ਕੀਰਤਨੀਏ ਦੀਵਾਲੀ ਵਾਲੀ ਰਾਤ ਇਸ ਬਚਨ ਨੂੰ ਬੜਾ ਵਾਰ-ਵਾਰ ਗਾਉਣਗੇ, ਪਰ ਆਪ ਜੀ ਕਿਤੇ ਅਰਥ ਧਿਆਨ ਦੇ ਨਾਲ ਪੜ੍ਹ ਲਿਓ। ਜਿੰਨੀ ਦੇਰ ਅਰਥ ਨਹੀਂ ਪੜਾਂਗੇ ਓਨੀ ਦੇਰ ਸਾਨੂੰ ਸਮਝ ਕੋਈ ਨਹੀਂ ਪੈਣੀ। ਉੱਥੇ ਭਾਈ ਗੁਰਦਾਸ ਜੀ ਨੇ ਇੱਕ ਇਹ ਸਬਕ ਸਿਖਾਇਆ ਕਿ ਸੰਸਾਰ ਅੰਦਰ ਸਦੀਵ ਕਾਲ ਟਿਕੇ ਨਹੀਂ ਰਹਿਣਾ। ਜਿੰਨੀ ਦੇਰ ਆਪਾਂ ਅਰਥ ਭਾਵ ਨੂੰ ਨਹੀਂ ਲਵਾਂਗੇ, ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਰਖਾਓ ਵਾਲਾ ਬੰਦ ਵਿੱਚ ਆਉਂਦਾ ਹੈ। ਇਹ ਸਤਿਗੁਰੂ ਨੇ ਕਿਉਂ ਰੱਖਿਆ? ਕਿਉਂਕਿ ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ, ਇਹ ਕੇਂਦਰੀ ਵਿਚਾਰ ਹੈ। ਸਾਰਾ ਸ਼ਬਦ ਜਿਹੜਾ ਹੈ ਇਸ ਦੇ ਆਲੇ ਦੁਆਲੇ ਹੀ ਘੁੰਮੇਗਾ। ਤੇ ਜਦੋਂ ਵੀ ਕੋਈ ਕੀਰਤਨੀਆ ਕੀਰਤਨ ਕਰੇ ਰਖਾਓ ਵਾਲੇ ਬੰਦ ਤੋਂ ਜੇ ਕਿਤੇ ਪੜੇਗਾ ਤੇ ਬੜੀ ਜਲਦੀ ਸਮਝ ਪੈ ਜਾਏਗੀ ਕਿ ਕਥਾ ਵਿਚਾਰਾਂ ਕਰਨ ਵਾਲਾ ਵੀ ਜੇ ਕਿਤੇ ਰਖਾਓ ਵਾਲੇ ਬੰਦ ਤੋਂ ਹੀ ਲਏਗਾ ਤੇ ਬੜੀ ਜਲਦੀ ਸਮਝ ਪੈ ਜਾਂਦੀ ਏ। ਹਾਂ, ਜੇ ਕਿਤੇ ਪੌੜੀਆਂ ਆ ਜਾਂਦੀਆਂ ਨੇ ਤੇ ਪੌੜੀਆਂ ਵਿੱਚੋਂ ਸਭ ਤੋਂ ਥੱਲੇ ਵਾਲੀ ਜਿਹੜੀ ਲਾਈਨ ਹੈ ਜਿਸ ਨੂੰ 2 ਵਾਰੀ ਪੜਿਆ ਜਾਂਦਾ ਹੈ। ਔਰ ਆਪ ਜੀ ਨੇ ਇਹ ਵੀ ਧਿਆਨ ਕੀਤਾ ਹੋਏਗਾ, ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੋਵੇ ਤੇ ਜਿਸ ਵਕਤ ਗੁਰੂ ਕੇ ਕੀਰਤਨੀਏ ਗਾ ਰਹੇ ਨੇ ਸ਼ਲੋਕਾਂ ਨੂੰ ਕਦੀ ਵੀ 2 ਵਾਰ ਨਹੀਂ ਪੜਿਆ ਜਾਂਦਾ, ਪਰ ਪੌੜੀ ਨੂੰ 2 ਵਾਰੀ ਪੜਿਆ ਜਾਂਦਾ ਹੈ। ਕਿਉਂਕਿ ਪੌੜੀ ਜਿਹੜੀ ਹੈ ਉਹ ਕੇਂਦਰੀ ਭਾਵ ਹੈ ਤੇ ਜਿਸ ਵਕਤ ਕੀਰਤਨੀਏ ਨੇ ਪੌੜੀ ਨੂੰ ਗਾਉਣਾ ਹੈ ਉਸ ਵਕਤ ਸਾਰੇ ਸਾਜ਼ ਵੱਜ ਰਹੇ ਨੇ। ਜਿਸ ਵਕਤ ਤਬਲੇ ਵਾਲੇ ਨੇ ਇਸ ਪੌੜੀ ਨੂੰ ਪੜ੍ਹਨਾ ਹੈ ਤੇ ਉਸ ਵਕਤ ਸਾਰੇ ਸਾਜ਼ ਬੰਦ ਹੋ ਜਾਂਦੇ ਨੇ, ਕਿਉਂਕਿ ਪੌੜੀ ਜਿਹੜੀ ਹੈ ਉਹ ਕੇਂਦਰੀ ਭਾਵ ਹੈ। ਸਮਝ ਲੱਗ ਜਾਏ ਕਿ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ। ਇਹ ਨਾ ਹੋਏ ਕਿ ਉਹ ਸਾਜ਼ਾਂ ਦੀ ਆਵਾਜ਼ ਦੇ ਅੰਦਰ ਪੌੜੀ ਵੀ ਗਵਾਚ ਜਾਏ। ਇਸ ਕਰਕੇ ਸਾਰੇ ਸਾਜ਼ ਬੰਦ ਹੋ ਜਾਂਦੇ ਨੇ ਤੇ ਉਹ ਤਬਲੇ ਵਾਲਾ ਫਿਰ ਪੌੜੀ ਨੂੰ ਦੁਬਾਰਾ ਪੜ੍ਹਦਾ ਹੈ ਕਿ ਸਮਝ ਲੱਗ ਜਾਏ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ। ਪੌੜੀ ਦੀ ਅਖੀਰਲੀ ਲਾਈਨ ਉਸ ਦੇ ਅੰਦਰ ਕੇਂਦਰੀ ਭਾਵ। ਤੇ ਹੁਣ ਮੈਂ ਜਿਹੜਾ ਇਹ ਬੋਲ ਭਾਈ ਗੁਰਦਾਸ ਜੀ ਦਾ ਸਾਂਝਾ ਕਰਨ ਲੱਗਾ ਜਿਹੜਾ ਮੌਤ ਦੇ ਨਾਲ ਰਿਲੇਟਡ ਹੈ, ਇਸ ਅੰਦਰ ਵੀ ਇਹੀ ਗੱਲ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦੇ ਕੇ ਸਾਂਝੀ ਕੀਤੀ। ਕਹਿਣ ਲੱਗੇ, ਐ ਇਨਸਾਨ ਘਰ ਦੇ ਅੰਦਰ ਪੁਰਾਤਨ ਸਮੇਂ ਦੇ ਇਹ ਉਦਾਹਰਣ, ਅੱਜ ਤਾਂ ਲਾਈਟ ਅਸੀਂ ਆਪਣੀ ਮਰਜ਼ੀ ਦੇ ਨਾਲ ਬੰਦ ਕਰਾਂਗੇ, ਜਾਂ ਇਸ ਤਰ੍ਹਾਂ ਕਹਿ ਲਈਏ ਘਰ ਦੇ ਅੰਦਰ ਕਿਤੇ ਦੀਵਾ ਵੀ ਜਗਾਇਆ ਤੇ ਦੀਵੇ ਦੇ ਅੰਦਰ ਤੇਲ ਘਟ ਗਿਆ ਤੇ ਹੋ ਸਕਦਾ ਤੇਲ ਉਸ ਦੀਵੇ ਦੇ ਅੰਦਰ ਹੋਰ ਪਾ ਦਿੱਤਾ ਜਾਏ ਕਿ ਇਹ ਦੀਵਾ ਸਾਡੇ ਘਰ ਅੰਦਰ ਸਾਰੀ ਰਾਤ ਜਗਣਾ ਚਾਹੀਦਾ ਹੈ। ਤੇ ਭਾਈ ਗੁਰਦਾਸ ਜੀ ਨੇ ਜਿਹੜਾ ਉਦਾਹਰਣ ਲਿਆ ਉਹ ਦੀਵਾਲੀ ਦੀ ਰਾਤ ਦਾ ਲੈ ਲਿਆ, ਕਿਉਂਕਿ ਦੀਵਾਲੀ ਦੀ ਰਾਤ ਜਿਹੜੇ ਦੀਵੇ ਜਗਾਏ ਜਾਂਦੇ ਨੇ ਉਹਨਾਂ ਦੇ ਵਿੱਚ ਦੁਬਾਰਾ ਕੋਈ ਜਾ ਕੇ ਕਦੀ ਤੇਲ ਨਹੀਂ ਪਾਉਂਦਾ। ਇੱਕ ਵਾਰੀ ਜਦੋਂ ਦੀਵਾ ਜਗਾ ਦਿੱਤਾ ਤੇ ਅੱਜ ਉਹ ਦੀਵਾ ਖਿੜਿਆ ਖਿੜਿਆ ਬੜਾ ਪ੍ਰਸੰਨ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਉਹ ਦੀਵਾ ਕਿੰਨਾ ਕੁ ਸਮਾਂ ਜਗੇਗਾ? ਜਗ ਰਚਨਾ ਸਭ ਝੂਠ ਹੈ। ਐ ਇਨਸਾਨ ਉਹ ਦੀਵਾ ਜਗਾ ਤੇ ਦਿੱਤਾ, ਬਸ ਅੱਧੀ ਕੁ ਰਾਤ ਤੱਕ ਦੀਵਾ ਜਗਣਾ, ਉਹ ਵੀ ਜੇ ਕਿਤੇ ਹਵਾ ਨਾ ਚੱਲਦੀ ਹੋਈ,
ਹਵਾ ਦਾ ਝੋਕਾ ਆਇਆ ਤੇ ਉਸ ਜਗ ਦੇ ਕੋਈ ਦੀਵੇ ਨੇ ਬੁੱਝ ਜਾਣਾ ਹੈ। ਦੀਵਾਲੀ ਦੀ ਰਾਤ ਦੀਵੇ ਬਾਲੀਏ ਨੇ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ 3-4 ਉਦਾਹਰਨਾਂ ਹੋਰ ਸਾਂਝੀਆਂ ਕੀਤੀਆਂ। ਕਹਿੰਦੇ ਰਾਤ ਦਾ ਸਮਾਂ, ਸਾਰੀ ਰਾਤ ਆਕਾਸ਼ ਵੱਲ ਨਜ਼ਰ ਮਾਰੋਗੇ, ਆਪ ਜੀ ਨੂੰ ਚੰਦਰਮਾ ਵੀ ਦਿਖਾਈ ਦੇਗਾ, ਆਪ ਜੀ ਨੂੰ ਤਾਰੇ ਵੀ ਆਕਾਸ਼ ਅੰਦਰ ਟਿਮਟਮਾਉਂਦੇ ਨਜ਼ਰ ਆਉਣਗੇ। ਪਰ ਜਦੋਂ ਦਿਨ ਚੜ੍ਹਨ ਵਾਲਾ ਸਮਾਂ, ਆ ਸਮਾਂ ਕਹਿ ਲਈਏ, ਸਾਰੀ ਰਾਤ ਸਾਨੂੰ ਤਾਰੇ ਦਿਖਾਈ ਦਿੱਤੇ, ਚੰਦਰਮਾ ਦਿਖਾਈ ਦਿੱਤਾ, ਪਰ ਇਹ ਹੁਣ ਕਿੱਧਰ ਗਿਆ? ਸਾਰੇ ਅਲੋਪ ਹੋ ਗਏ। ਦਿਨ ਚੜਿਆ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ ਜੀ ਨੇ ਇਸ ਪਾਸੇ ਵੱਲ ਲੈ ਕੇ ਆਉਣਾ ਕਿ ਜਿਵੇਂ ਇਹ ਚੀਜ਼ਾਂ ਅਲੋਪ ਹੋ ਗਈਆਂ, ਇਸੇ ਤਰ੍ਹਾਂ ਜਗਤ ਦੇ ਅੰਦਰ ਆਏ ਹੋਏ ਮੁਸਾਫਰ ਤੂੰ ਵੀ ਇੱਕ ਦਿਨ ਅਲੋਪ ਹੋ ਜਾਣਾ ਹੈ। ਉਹਨਾਂ ਨੇ ਤੀਸਰਾ ਉਦਾਹਰਨ ਦਿੱਤਾ। ਕਹਿੰਦੇ ਕਿਸੇ ਬਾਗ ਬਗੀਚੇ ਅੰਦਰ ਫੁੱਲ ਖਿੜੇ ਹੋਏ ਨੇ, ਉਹ ਫੁੱਲ ਬੜੇ ਸੋਹਣੇ ਲੱਗ ਰਹੇ ਸਨ, ਪਰ ਕੁਝ ਸਮੇਂ ਬਾਅਦ ਮਾਲੀ ਆਇਆ, ਉਸਨੇ ਜਿੰਨੇ ਵੀ ਫੁੱਲ ਖਿੜੇ ਹੋਏ ਨੇ ਦੇਖਦਿਆਂ ਦੇਖਦਿਆਂ ਸਾਰੇ ਫੁੱਲ ਤੋੜ ਲਏ। ਬੜੇ ਸੋਹਣੇ ਫੁੱਲ ਲੱਗ ਰਹੇ ਸਨ, ਪਰ ਅੱਜ ਦੇਖਦਿਆਂ ਦੇਖਦਿਆਂ ਸਾਰੇ ਫੁੱਲ ਜਿਹੜੇ ਹਨ ਉਹ ਖਤਮ ਹੋ ਗਏ। ਭਾਈ ਗੁਰਦਾਸ ਜੀ ਨੇ ਫਿਰ ਹੋਰ ਉਦਾਹਰਨ ਲੈ ਲਿਆ। ਕਹਿੰਦੇ ਯਾਤਰੀ ਤੀਰਥ ਸਥਾਨਾਂ ਤੇ ਜਾਂਦੇ ਨੇ, ਸਾਨੂੰ 2 ਦਿਨ 4 ਦਿਨ ਉਸ ਤੀਰਥ ਤੇ ਯਾਤਰੀ ਨਜ਼ਰ ਆਉਣਗੇ, ਪਰ ਭਾਈ ਗੁਰਦਾਸ ਜੀ ਕਹਿੰਦੇ ਕੋਈ ਸਦੀਵ ਕਾਲ ਤਾਂ ਉਹਨਾਂ ਤੀਰਥਾਂ ਤੇ ਟਿਕਿਆ ਨਹੀਂ ਰਹਿੰਦਾ। ਜਿਹੜਾ ਵੀ ਗਿਆ ਉਸਨੇ ਆਖਰ ਆਪਣੇ ਵਾਪਸ ਘਰ ਦੇ ਅੰਦਰ ਆ ਜਾਣਾ ਹੈ। ਇੱਕ ਉਦਾਹਰਨ ਹੋਰ, ਕਹਿੰਦੇ ਆਕਾਸ਼ ਦੇ ਅੰਦਰ ਬੱਦਲ ਚੜਿਆ। ਪਿਛਲੇ ਦਿਨੀ ਇਸ ਉਦਾਹਰਨ ਨੂੰ ਆਪਾਂ ਵਿਚਾਰ ਰਹੇ ਸਾਂ ਸਤਿਗੁਰੂ ਦੀ ਪਾਵਨ ਬਾਣੀ ਵਿੱਚੋਂ ਕਿ ਬੱਦਲ ਚੜਿਆ। ਉਸ ਬੱਦਲ ਨੂੰ ਦੇਖ ਕੇ ਬੱਚਿਆਂ ਨੇ ਕਹਿ ਦਿੱਤਾ ਘਰ ਬਣ ਗਿਆ, ਘੋੜਾ ਬਣ ਗਿਆ, ਹਾਥੀ ਬਣ ਗਿਆ, ਪਰ ਦੇਖਦੇ ਦੇਖਦੇ ਹਵਾ ਆਉਂਦੀ ਹੈ ਤੇ ਸਾਰਾ ਕੁਝ ਅਲੋਪ ਹੋ ਜਾਂਦਾ ਹੈ। ਉਹ ਵੀ ਘਰ ਬਣਿਆ ਸਦੀਵ ਕਾਲ ਦਾ ਨਹੀਂ। ਭਾਈ ਗੁਰਦਾਸ ਜੀ ਕਹਿਣ ਲੱਗੇ ਦੀਵਾਲੀ ਦੀ ਰਾਤ ਦੀਵੇ ਬਾਲੀਏ ਨੇ, ਸਦਾ ਨਹੀਂ ਬਲਦੇ, ਕੁਝ ਸਮਾਂ ਬਲਿਆ। ਦੀਵਾਲੀ ਦੀ ਰਾਤ ਦੀਵੇ ਬਾਲੀਏ ਨੇ, ਤਾਰੇ ਜਾਤ ਸਨਾਤ ਅੰਬਰ ਭਾਲੀਏ ਨੇ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਏ ਨੇ, ਤੀਰਥ ਜਾਤੀ ਜਾਤ ਨੈਣ ਨਿਖਾਲੀਏ ਨੇ, ਹਰ ਚੰਦੌਰੀ ਝਾਤ ਵਸਾਏ ਉਚਾਲੀਏ ਨੇ, ਗੁਰਮੁਖ ਸੁਖ ਫਲਦਾਤ। ਅਸਲ ਅੰਦਰ ਇਥੋਂ ਸ਼ਬਦ ਨੂੰ ਪੜਿਆ ਜਾਂਦਾ ਤੇ ਸਮਝ ਪੈ ਜਾਂਦੀ। ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਏ ਨੇ। ਜਿਹੜੇ ਗੁਰਮੁਖ ਹਨ, ਜਿਹੜੇ ਰੱਬ ਦੇ ਪਿਆਰੇ ਹਨ, ਉਹ ਸ਼ਬਦ ਦੇ ਨਾਲ ਸਾਂਝ ਪਾ ਲੈਂਦੇ ਨੇ। ਉਹਨਾਂ ਨੂੰ ਪਤਾ ਹੈ ਜਿਵੇਂ ਦੀਵਾ ਬੁੱਝ ਗਿਆ, ਜਿਵੇਂ ਤਾਰੇ ਟਿਮਟਮਾਉਂਦੇ ਅਲੋਪ ਹੋ ਗਏ, ਜਿਵੇਂ ਫੁੱਲ ਕੋਈ ਤੋੜ ਕੇ ਲੈ ਗਿਆ, ਜਿਵੇਂ ਯਾਤਰੀ ਵਾਪਸ ਮੁੜ ਗਏ, ਇਸੇ ਤਰ੍ਹਾਂ ਇੱਕ ਦਿਨ ਅਸੀਂ ਤਾਂ ਵਾਪਸ ਮੁੜ ਜਾਣਾ ਹੈ। ਰੱਬ ਦੇ ਪਿਆਰੇ ਸ਼ਬਦ ਨਾਲ ਸਾਂਝ ਪਾਉਂਦੇ ਹੋਏ ਇਹ ਦੂਸਰੇ ਨੂੰ ਵੀ ਸਿਖਾ ਜਾਂਦੇ ਨੇ ਕਿ ਜਗ ਰਚਨਾ ਸਭ ਝੂਠ ਹੈ, ਜਾਨ ਲੈ ਕੋਰੇ ਮੀਤ ਕਹਿ ਨਾਨਕ ਫਿਰ ਨਾ ਰਹੈ, ਜਿਉ ਬਾਲੂ ਕੀ ਭੀਤ। ਸਾਹਿਬ ਕਹਿਣ ਲੱਗੇ ਬਿਨ ਸੁਜਾਣੇ। ਔਰ ਇੱਥੇ ਆਮ ਇਨਸਾਨ ਦੀ ਗੱਲ ਨਹੀਂ, ਇੱਥੇ ਕਹਿਣ ਲੱਗੇ ਜਿਨ੍ਹਾਂ ਨੂੰ ਦੇਵਤੇ ਕਰਕੇ ਸਤਕਾਰਿਆ ਗਿਆ, ਜਿਨ੍ਹਾਂ ਨੂੰ ਇਸ ਤੋਂ ਵੱਡੇ ਖੋਰ ਰਾਵਣ ਵਰਗੇ ਹੰਕਾਰੀ, ਜਿਨ੍ਹਾਂ ਨੂੰ ਕਿਸੇ ਇਲਾਕੇ ਵਿੱਚ ਮਾਣ ਵੀ ਮਿਲਿਆ ਹੋਏਗਾ ਕਿ ਇਹ ਬੜਾ ਵਿਦਵਾਨ ਹੈ, ਉਹ ਵੀ ਜਗਤ ਦੇ ਵਿੱਚੋਂ ਚਲੇ ਗਏ। ਸਹਿਮ ਕਹਿਣ ਲੱਗੇ ਰਾਮ ਗਇਓ। ਮੈਂ ਆਮ ਇਨਸਾਨ ਦੀ ਗੱਲ ਨਹੀਂ ਕਰਦਾ, ਚਲੇ ਤਾਂ ਸਭ ਨੇ ਜਾਣਾ ਹੈ, ਪਰ ਇੱਥੇ ਰਾਮ ਵਰਗੇ ਰਾਵਣ ਵਰਗੇ ਵੀ ਕੋਈ ਨਾ ਰਹੇ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਬੜਾ ਵੱਡਾ ਪਰਿਵਾਰ ਹੋਵੇਗਾ, 1 ਲੱਖ ਪੂਤ 1.25 ਲੱਖ ਨਾਤੇ, ਪਰ ਕਹਿਣ ਲੱਗੇ ਉਸ ਦੇ ਘਰ ਅੰਦਰ ਵੀ ਕੋਈ ਦੀਵਾ ਬੱਤੀ ਜਗਾਉਣ ਵਾਲਾ ਕੋਈ ਨਾ ਰਿਹਾ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਜਿਵੇਂ ਸੁਪਨਾ ਸੱਚਾ ਨਹੀਂ, ਇਸੇ ਤਰ੍ਹਾਂ ਇੱਕ ਦਿਨ ਇਸ ਜਗਤ ਅੰਦਰ ਆਏ ਕੋਈ ਜੀਵ ਤੂੰ ਵੀ ਸੁਪਨਾ ਹੀ ਬਣ ਜਾਣਾ। ਚਿੰਤਾ ਤਾਂ ਕੀ ਕੀਜੀਏ ਜੋ ਅਨਕੋਣੀ ਹੋਏ, ਇਸ ਮੌਤ ਦੀ ਚਿੰਤਾ ਨਾ ਕਰ, ਕਿਉਂਕਿ ਇਹ ਤੇਰੇ ਕੱਲੇ ਉੱਪਰ ਨਹੀਂ ਆਉਣੀ। ਜਗਤ ਦੇ ਅੰਦਰ ਜਿੰਨੇ ਵੀ ਆਏ ਨੇ ਇਹਨਾਂ ਸਾਰਿਆਂ ਉੱਪਰ ਇਸ ਮੌਤ ਨੇ ਇੱਕ ਦਿਨ ਗਲਵਾ ਪਾਇਆ।
ਕੰਮ ਉਹ ਜਗਤ ਦੇ ਅੰਦਰ ਕਰ ਜਿਸ ਦੇ ਨਾਲ ਤੇਰੀ ਸੋਭਾ ਹੋਵੇ। ਸਹਿਮ ਕਹਿਣ ਲੱਗੇ ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ ਮੌਤ ਦੀ ਚਿੰਤਾ ਨਾ ਕਰਦਾ ਫਿਰ, ਇਹਨੇ ਤਾਂ ਇੱਕ ਦਿਨ ਆ ਹੀ ਜਾਣਾ ਹੈ। ਤੇ ਮੈਂ ਤੈਨੂੰ ਸੁਚੇਤ ਕਰ ਰਿਹਾ, ਜੇ ਨਾਮ ਦੇ ਨਾਲ ਵਿਚਾਰ ਦੇ ਨਾਲ ਗੁਰੂ ਦੇ ਨਾਲ ਜੁੜ ਜਾਏ ਤੇ ਤੂੰ ਮੌਤ ਤੋਂ ਵੀ ਡਰੇਗਾ ਨਹੀਂ। ਤੂੰ ਕਹੇਗਾ ਐ ਮੌਤ, ਮੇਰਾ ਗੁਰੂ ਇੰਨਾ ਵੱਡਾ, ਉਸ ਨੇ ਮੈਨੂੰ ਜਿਉਂਦੇ ਜੀ ਸਭ ਕੁਝ ਸਮਝਾ ਦਿੱਤਾ, ਹੁਣ ਤੇਰਾ ਵੀ ਡਰ ਮੈਨੂੰ ਕੋਈ ਨਹੀਂ ਰਹਿ ਗਿਆ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਇੱਥੇ ਕੋਈ ਰਹਿਣ ਵਾਲਾ ਨਹੀਂ। ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਵੀ ਆਇਆ ਆਖਰ ਉਸ ਨੇ ਇਥੋਂ ਬਿਨਸ ਜਾਣਾ ਕਿ ਚਲੇ ਜਾਣਾ। ਜੋ ਉਪਜਿਓ ਸੋ ਬਿਨਸ ਹੈ, ਬਸ ਫਰਕ ਇੰਨਾ ਹੈ ਪਰੋ ਆਜ ਕੈ ਕਾਲ, ਕੋਈ ਅੱਜ ਚਲਾ ਗਿਆ ਕੋਈ ਕੱਲ ਚਲਾ ਗਿਆ, ਪਰ ਸਦੀਵ ਕਾਲ ਲਈ ਕਿਸੇ ਰਹਿਣਾ ਨਹੀਂ। ਇਸ ਗੱਲ ਨੂੰ ਸੱਚ ਮੰਨ ਲੈ। ਦੁਨੀਆ ਦੇ ਹੋਰ ਕੰਮ ਅੱਗੇ ਪਿੱਛੇ ਕਰ ਲੇਗਾ, ਪਰ ਕਹਿਣ ਲੱਗੇ ਜਿੱਤ ਦਿਹਾੜੈ ਧਨਵਰੀ, ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀਦਾ, ਮੂੰਹ ਦਿਖਾਲੇ ਆਏ ਜਿੰਦ ਵਹੁਟੀ ਮਰਨ ਵਰ, ਲੈ ਜਾਸੀ ਪਰਨਾਏ ਆਪਣ ਹੱਥੀ ਜੋਲ ਕੈ ਕਹਿ ਗਲ ਲੱਗੇ ਧਾਏ। ਸਾਹਿਬ ਕਹਿਣ ਲੱਗੇ ਆਪਣੇ ਸੰਬੰਧੀ ਨੂੰ ਆਪਣੇ ਹੱਥੀਂ ਤੂੰ ਤੋੜ ਦੇਣਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਾਹਿਬ ਕਹਿਣ ਲੱਗੇ ਖਰੀ ਦੇ ਗੁਣਾਂ ਨੂੰ ਗਾ ਲੈ, ਕਿਉਂਕਿ ਉਸ ਦੇ ਗੁਣਾਂ ਨੂੰ ਤੂੰ ਚੇਤੇ ਨਹੀਂ ਕਰਦਾ, ਬਾਕੀ ਤੂੰ ਸਾਰੇ ਕੰਮ ਕਰੀ ਜਾਣਾ। ਜਿੱਥੇ ਬਾਕੀ ਕੰਮ ਕਰ ਰਿਹਾ ਮੈਂ ਰੋਕਦਾ ਨਹੀਂ, ਨਾਲ ਨਾਲ ਕਰਤੇ ਦੇ ਨਾਮ ਨੂੰ ਵੀ ਚੇਤੇ ਕਰ ਲੈ। ਛਾੜ ਸਗਲ ਜੰਜਾਲ, ਜੰਜਾਲ ਦਾ ਅਰਥ ਇਹ ਨਹੀਂ ਕਿ ਸਾਰਾ ਪਰਿਵਾਰ ਸਾਡਾ, ਉਸ ਨੂੰ ਜੰਜਾਲ ਕਹਿ ਦਿੱਤਾ ਕਿਉਂਕਿ ਸਾਨੂੰ ਭੁਲੇਖਾ ਲੱਗ ਜਾਂਦਾ ਕਈਆਂ ਥਾਵਾਂ ਤੇ। ਜੰਜਾਲ ਦਾ ਅਰਥ ਕਰ ਲਈਏ ਜਿਹੜੇ ਵਿਕਾਰ ਹਨ, ਜਿਹੜੇ ਦਿਨ ਰਾਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਸ਼ ਨਿੰਦਿਆ ਚੁਗਲੀ ਬਖੀਲੀ, ਇਹ ਸਾਰਾ ਜੰਜਾਲ ਜਿਹੜਾ ਉਹ ਛੁੱਟ ਜਾਏਗਾ ਜਦੋਂ ਗੁਰੂ ਕੀ ਪਾਵਨ ਬਾਣੀ ਕੋਲ ਹੋਵੇਗੀ। ਸਤਿਗੁਰੂ ਨੇ ਪਰਿਵਾਰ ਨੂੰ ਜੰਜਾਲ ਨਹੀਂ ਕਿਹਾ, ਪਰਿਵਾਰ ਦੇ ਵਿੱਚ ਰਹਿ ਕੇ ਵੀ ਬੰਦਗੀ ਹੋ ਸਕਦੀ ਏ, ਪਰਿਵਾਰ ਦੇ ਵਿੱਚ ਰਹਿ ਕੇ ਵੀ ਸੰਗਤ ਮਾਣੀ ਜਾ ਸਕਦੀ ਏ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ, ਇਹ ਵਿਕਾਰਾਂ ਦਾ ਜੰਜਾਲ, ਕਿਉਂਕਿ ਇਹ ਮਨ ਦਾ ਪਰਿਵਾਰ ਹੈ ਸਾਰਾ, ਤੇ ਮਨ ਦਾ ਪਰਿਵਾਰ ਵੀ ਬੜਾ ਵੱਡਾ ਹੈ। ਇਸ ਮਨ ਦੇ ਪਰਿਵਾਰ ਤੋਂ ਬਚ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਗੁਰੂ ਦੇ ਇਸ ਸਿਧਾਂਤ ਨੂੰ ਸਮਝਣ ਦਾ ਯਤਨ ਕਰ ਕਿ ਜਗਤ ਦੇ ਵਿੱਚੋਂ ਚਲੇ ਜਾਣਾ ਹੈ। ਆ ਚੱਲ ਰਹੀ ਬਿਮਾਰੀ ਦੇ ਕਾਰਨ ਆਪਾਂ ਦੇਖ ਹੀ ਰਹੇ ਹਾਂ ਕਿ ਕਿਵੇਂ ਸਹੀ ਸਲਾਮਤ ਬੰਦੇ ਵੀ ਇਸ ਜਗਤ ਦੇ ਵਿੱਚੋਂ ਤੁਰੇ ਜਾ ਰਹੇ ਨੇ। ਕਿਤੇ ਉਹਨਾਂ ਵੱਲ ਦੇਖ ਕੇ ਅਸੀਂ ਵੀ ਆਪਣੇ ਗਰਵਾਨ ਅੰਦਰ ਛਾਤੀ ਮਾਰ ਲਈਏ ਕਿ ਇੱਕ ਦਿਨ ਤੇ ਜਗਤ ਦੇ ਵਿੱਚੋਂ ਆਪਾਂ ਵੀ ਚਲੇ ਜਾਣਾ ਹੈ। ਇਸ ਕਰਕੇ ਉਹ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਜਿੱਥੇ ਦੁਨੀਆ ਦੇ ਕਾਰੋਬਾਰ ਕਰ ਰਹੇ ਹਾਂ ਉੱਥੇ ਗੁਰੂ ਦੇ ਨਾਮ ਦੇ ਨਾਲ ਵੀ ਜੁੜ ਜਾਈਏ, ਤਾਂ ਕਿ ਰੱਬ ਦੇ ਘਰ ਅੰਦਰ ਇੱਜ਼ਤ ਮਾਣ ਸਤਿਕਾਰ ਬਣ ਸਕੇ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ। ਸਾਹਿਬਾਂ ਦੀਆਂ ਇਹ ਵਿਚਾਰਾਂ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਣ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।